ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ, ਜਿਸ ਵਿੱਚ ਅਸੀਂ ਸੀਟੈਟ, ਪੀਟੈਟ ਔਰ ਮਾਸਟਰ ਕੇਡਰ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਵਾਉਂਦੇ ਹਾਂ। ਤਾਂ ਅੱਜ ਅਸੀਂ ਨਵਾਂ ਚੈਪਟਰ ਲੈ ਕੇ ਹਾਜ਼ਰ ਹੋਏ ਹਾਂ, ਜਿਸ ਵਿੱਚ ਅਸੀਂ ਸੈਂਟਰਲ ਗਵਰਨਮੈਂਟ ਦੀ ਸਟਰਕਚਰ ਬਾਰੇ ਜਾਣਕਾਰੀ ਹਾਸਲ ਕਰਾਂਗੇ। ਔਰ ਇਸ ਵਿੱਚ ਅਸੀਂ ਲੈਗਿਸਲੇਚਰ ਯਾਨੀ ਕਿ ਵਿਧਾਨਪਾਲਿਕਾ, ਐਗਜ਼ੀਕਿਊਟਿਵ ਯਾਨੀ ਕਿ ਕਾਰਜਪਾਲਿਕਾ ਔਰ ਜੁਡੀਸ਼ੀਅਰੀ ਯਾਨੀ ਕਿ ਨਿਆਂਪਾਲਿਕਾ, ਇਹਨਾਂ ਤਿੰਨਾਂ ਬਾਰੇ ਅਸੀਂ ਵਿਸਤਾਰਪੂਰਵਕ ਜਾਣਕਾਰੀ ਹਾਸਲ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ ਲੈਗਿਸਲੇਚਰ ਤੋਂ। ਲੈਗਿਸਲੇਚਰ ਨੂੰ ਜਿਸ ਨੂੰ ਕਿ ਲਾ ਮੇਕਿੰਗ ਬੋਡੀ ਵੀ ਕਿਹਾ ਗਿਆ ਹੈਗਾ, ਔਰ ਇਸ ਵਿੱਚ ਲੋਕ ਸਭਾ ਔਰ ਰਾਜ ਸਭਾ ਦੇ ਮੈਂਬਰ ਮਿਲ ਕੇ ਕਾਨੂੰਨ ਬਣਾਉਂਦੇ ਨੇ, ਔਰ ਇਸ ਕਾਨੂੰਨ ਨੂੰ ਲਾਗੂ ਕਰਨ ਦਾ ਕੰਮ ਕਾਰਜਪਾਲਿਕਾ ਦਾ ਹੈਗਾ। ਔਰ ਜੇਕਰ ਕੋਈ ਵੀ ਵਿਅਕਤੀ ਇਸ ਕਾਨੂੰਨ ਨੂੰ ਨਹੀਂ ਮੰਨਦਾ ਤਾਂ ਉਸ ਨੂੰ ਸਜ਼ਾ ਦੇਣ ਦਾ ਕੰਮ ਜੁਡੀਸ਼ਰੀ ਦਾ ਹੈਗਾ। ਠੀਕ ਹੈ ਜੀ। ਤਾਂ ਅਗਲੀ ਸਲਾਈਡ ਵਿੱਚ ਅਸੀਂ ਜਿਹੜੀ ਗਵਰਨਮੈਂਟ ਦੇ ਜਿੰਨੇ ਇਸ ਦੇ ਅੰਗਾਂ ਬਾਰੇ, ਪੂਰੇ ਸਟਰਕਚਰ ਬਾਰੇ ਅਸੀਂ ਜਿਹੜੀ ਜਾਣਕਾਰੀ ਹਾਸਲ ਕਰਾਂਗੇ। ਤਾਂ ਇਸ ਵਿੱਚ ਤੁਸੀਂ ਦੇਖ ਸਕਦੇ ਹੋ, ਲੈਗਿਸਲੇਚਰ ਨੂੰ ਸੈਂਟਰ ਦੇ ਵਿੱਚ ਸੰਸਦ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ, ਅਤੇ ਜਿਸ ਵਿੱਚ ਦੋ ਸਦਨ ਹੁੰਦੇ ਨੇ, ਲੋਕ ਸਭਾ ਔਰ ਰਾਜ ਸਭਾ। ਜੇਕਰ ਅਸੀਂ ਗੱਲ ਕਰੀਏ ਰਾਜਾਂ ਦੀ, ਤਾਂ ਰਾਜਾਂ ਵਿੱਚ ਇਸ ਨੂੰ ਵਿਧਾਨ ਮੰਡਲ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ, ਔਰ ਇਸ ਵਿੱਚ ਵੀ ਦੋ ਸਦਨ ਹੁੰਦੇ ਨੇ, ਵਿਧਾਨ ਸਭਾ ਔਰ ਵਿਧਾਨ ਪਰਿਸ਼ਦ। ਵੈਸੇ ਹਰੇਕ ਰਾਜ ਦੀ ਮਰਜ਼ੀ ਹੈਗੀ ਆ ਕਿ ਉਹ ਆਪਣੇ ਰਾਜ ਵਿੱਚ ਕਿੰਨੇ ਵੀ ਸਦਨ ਜਿਹੜਾ ਰੱਖ ਸਕਦਾ ਹੈਗਾ। ਵੈਸੇ ਜ਼ਿਆਦਾਤਰ ਰਾਜਾਂ ਵਿੱਚ ਇੱਕ ਹੀ ਸਦਨ ਹੁੰਦਾ ਹੈਗਾ, ਜਿਹੜਾ ਕਿ ਵਿਧਾਨ ਸਭਾ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਐਗਜ਼ੀਕਿਊਟਿਵ ਬਾਰੇ। ਤਾਂ ਐਗਜ਼ੀਕਿਊਟਿਵ ਵਿੱਚ ਕੇਂਦਰ ਔਰ ਰਾਜਾਂ ਵਿੱਚ ਅਲੱਗ-ਅਲੱਗ ਜਿਹੜੀਆਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਨੇ ਅਲੱਗ-ਅਲੱਗ ਮੰਤਰੀਆਂ ਦੀਆਂ। ਤਾਂ ਅਸੀਂ ਪਹਿਲਾਂ ਗੱਲ ਕਰਦੇ ਹਾਂ ਸੈਂਟਰ ਵਿੱਚ। ਠੀਕ ਹੈ ਜੀ। ਸੈਂਟਰ ਵਿੱਚ ਰਾਸ਼ਟਰਪਤੀ ਦੀ ਨਿਯੁਕਤੀ ਕੀਤੀ ਜਾਂਦੀ ਹੈਗੀ ਆ, ਇਸ ਤੋਂ ਇਲਾਵਾ ਉਪ ਰਾਸ਼ਟਰਪਤੀ ਦੀ, ਪ੍ਰਧਾਨ ਮੰਤਰੀ ਔਰ ਮੰਤਰੀ ਪਰਿਸ਼ਦ। ਔਰ ਜੇਕਰ ਅਸੀਂ ਗੱਲ ਕਰੀਏ ਸਟੇਟਾਂ ਦੀ, ਤਾਂ ਸਟੇਟਾਂ ਵਿੱਚ ਰਾਜਪਾਲ, ਮੁੱਖ ਮੰਤਰੀ ਔਰ ਮੰਤਰੀ ਪਰਿਸ਼ਦ ਜਿਹੜੇ ਨਿਯੁਕਤ ਕੀਤੇ ਜਾਂਦੇ ਨੇ। ਠੀਕ ਹੈ ਜੀ। ਤਾਂ ਮੰਤਰੀ ਪਰਿਸ਼ਦ ਵਿੱਚ ਤਿੰਨ ਪ੍ਰਕਾਰ ਦੇ ਮੰਤਰੀ ਹੁੰਦੇ ਨੇ, ਜਿਸ ਵਿੱਚ ਕੈਬਨਿਟ ਮੰਤਰੀ, ਰਾਜ ਮੰਤਰੀ ਔਰ ਉਪ ਮੰਤਰੀ ਹੁੰਦੇ ਨੇ। ਠੀਕ ਹੈ ਜੀ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਜੁਡੀਸ਼ਰੀ ਬਾਰੇ। ਤਾਂ ਇਸ ਵਿੱਚ ਸਭ ਤੋਂ ਉੱਪਰ ਜਿਹੜੀ ਸਾਡੀ ਨਿਆਂ ਦੀ ਸਰਵਉੱਚ ਸੰਸਥਾ ਹੈਗੀ, ਜਿਹੜੀ ਸੁਪਰੀਮ ਕੋਰਟ। ਠੀਕ ਹੈ ਜੀ। ਔਰ ਇਸ ਤੋਂ ਥੱਲੇ ਹਾਈ ਕੋਰਟ ਔਰ ਡਿਸਟ੍ਰਿਕਟ ਕੋਰਟ। ਠੀਕ ਹੈ ਜੀ। ਇਹ ਤਿੰਨੇ ਅਦਾਲਤਾਂ ਮਿਲ ਕੇ ਜਿਹੜੀਆਂ ਨਿਆਂਪਾਲਿਕਾ ਦੇ ਜੁਡੀਸ਼ਰੀ ਜਿਹੜਾ ਅੰਗ ਨੂੰ ਕੰਪਲੀਟ ਕਰਦੀਆਂ ਨੇ। ਠੀਕ ਹੈ ਜੀ। ਤਾਂ ਹਰੇਕ ਰਾਜ ਦੇ ਵਿੱਚ ਆਪਣੀ ਇੱਕ ਹਾਈ ਕੋਰਟ ਹੁੰਦੀ ਹੈਗੀ ਆ, ਔਰ ਵੈਸੇ ਪੰਜਾਬ ਅਤੇ ਹਰਿਆਣਾ ਦੋਵੇਂ ਰਾਜਾਂ ਨੇ ਮਿਲ ਕੇ ਇੱਕ ਹਾਈ ਕੋਰਟ ਬਣਾਈ ਹੈ। ਠੀਕ ਹੈ ਜੀ। ਜਿਸ ਨੂੰ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ। ਇਸ ਤਰ੍ਹਾਂ ਕੋਈ ਵੀ ਦੋ ਜਾਂ ਦੋ ਤੋਂ ਵੱਧ ਰਾਜ ਮਿਲ ਕੇ ਜਿਹੜੀ ਹਾਈ ਕੋਰਟ ਬਣਾ ਸਕਦੇ ਨੇ। ਠੀਕ ਹੈ ਜੀ। ਤਾਂ ਹੁਣ ਅਸੀਂ ਇਹਨਾਂ ਤਿੰਨੇ ਅੰਗਾਂ ਬਾਰੇ ਵਿਸਤਾਰਪੂਰਵਕ ਜਾਣੀ ਹਾਸਲ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ ਐਗਜ਼ੀਕਿਊਟਿਵ ਬ੍ਰਾਂਚ ਤੋਂ। ਇਸ ਵਿੱਚ ਤਿੰਨ ਪ੍ਰਮੁੱਖ ਅਧਿਕਾਰੀ ਹੁੰਦੇ ਨੇ, ਜਿਸ ਵਿੱਚ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਔਰ ਪ੍ਰਾਈਮ ਮਿਨਿਸਟਰ। ਵੈਸੇ ਅਸੀਂ ਇਹਨਾਂ ਸਾਰੇ ਅਧਿਕਾਰੀਆਂ ਨੂੰ ਆਪਣੇ ਚੈਨਲ ਦੀ ਪਲੇਲਿਸਟ ਵਿੱਚ ਪੂਰਾ ਜਿਹੜਾ ਕਵਰ ਕੀਤਾ ਹੈਗਾ। ਠੀਕ ਹੈ ਜੀ। ਤੁਸੀਂ ਇਸ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਇਹਨਾਂ ਤਿੰਨਾਂ ਨੂੰ ਡਿਟੇਲ ਵਾਈਜ਼ ਜਿਹੜਾ ਤੁਸੀਂ ਪੜ੍ਹ ਸਕਦੇ ਹੋ। ਠੀਕ ਹੈ ਜੀ। ਤਾਂ ਇਸ ਵੀਡੀਓ ਵਿੱਚ ਅਸੀਂ ਇੱਕ ਸਰਸਰੀ ਨਜ਼ਰ ਮਾਰ ਲੈਂਦੇ ਇਹਨਾਂ ਉੱਪਰ। ਤਾਂ ਸ਼ੁਰੂ ਕਰਦੇ ਹਾਂ ਪ੍ਰੈਜ਼ੀਡੈਂਟ ਤੋਂ। ਤਾਂ ਪ੍ਰੈਜ਼ੀਡੈਂਟ ਨੂੰ ਹੈਡ ਆਫ ਦਾ ਸਟੇਟ ਵੀ ਕਿਹਾ ਗਿਆ, ਔਰ ਇਹ ਭਾਰਤ ਦਾ ਪਹਿਲਾ ਨਾਗਰਿਕ ਹੁੰਦਾ ਹੈਗਾ, ਔਰ ਇਸ ਨੂੰ ਭਾਰਤ ਦੀ ਏਕਤਾ ਔਰ ਅਖੰਡਤਾ ਦਾ ਜਿਹੜਾ ਪ੍ਰਤੀਕ ਮੰਨਿਆ ਜਾਂਦਾ ਹੈਗਾ। ਔਰ ਇਸ ਦੀ ਜਿਹੜੀ ਚੋਣ ਹੁੰਦੀ ਹੈਗੀ ਆ, ਜਿਸ ਵਿੱਚ ਹਿੱਸਾ ਲੈਂਦੇ ਨੇ ਦੋਵੇਂ ਸਦਨਾਂ ਦੇ ਜਿਹੜੇ ਮੈਂਬਰ, ਜਿਵੇਂ ਕਿ ਲੋਕ ਸਭਾ ਔਰ ਰਾਜ ਸਭਾ ਦੇ ਮੈਂਬਰ, ਔਰ ਨਾਲ ਹੀ ਇਸ ਦੇ ਸ਼ਾਮਲ ਹੁੰਦੇ ਨੇ ਮੈਂਬਰ ਆਫ ਲੈਗਿਸਲੇਟਿਵ ਅਸੈਂਬਲੀ ਦੇ ਮੈਂਬਰ। ਠੀਕ ਹੈ ਜੀ। ਇਹ ਸਾਰੇ ਮਿਲ ਕੇ ਰਾਸ਼ਟਰਪਤੀ ਦੀ ਚੋਣ ਵਿੱਚ ਹਿੱਸਾ ਲੈਂਦੇ ਨੇ। ਔਰ ਅਸੀਂ ਗੱਲ ਕਰਦੇ ਹਾਂ ਹੁਣ ਰਾਸ਼ਟਰਪਤੀ ਦੀਆਂ ਸ਼ਕਤੀਆਂ ਬਾਰੇ। ਤਾਂ ਰਾਸ਼ਟਰਪਤੀ ਨੂੰ ਬਹੁਤ ਸਾਰੀਆਂ ਸ਼ਕਤੀਆਂ ਮਿਲੀਆਂ ਨੇ, ਜਿਸ ਵਿੱਚ ਉਹ ਭਾਰਤ ਦੇ ਜਿੰਨੇ ਵੀ ਜਿਹੜੀਆਂ ਨਿਯੁਕਤੀਆਂ ਹੈਗੀਆਂ, ਸਰਵਉੱਚ ਨਿਯੁਕਤੀਆਂ ਹੈਗੀਆਂ। ਠੀਕ ਹੈ ਜੀ। ਉਹਨਾਂ ਸਾਰੀਆਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈਗੀ ਆ। ਜਿੰਨੇ ਵੀ ਉਹ ਚਾਹੁੰਦੇ ਭਾਰਤ ਵਿੱਚ ਜਿਹੜੇ ਹੈਗੇ ਨੇ, ਠੀਕ ਹੈ ਜੀ, ਉਹਨਾਂ ਸਾਰਿਆਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਜਿਵੇਂ ਕਿ 28 ਸਟੇਟ ਕਰ ਲੈਣਾ ਤੁਸੀਂ। ਠੀਕ ਹੈ ਜੀ। ਤਾਂ ਹੁਣ 28 ਸਟੇਟ ਹੋ ਗਈਆਂ ਹੈਗੀਆਂ। ਠੀਕ ਹੈ ਜੀ। ਜੰਮੂ ਕਸ਼ਮੀਰ ਜਿਹੜਾ ਇੱਕ ਹੋ ਗਿਆ। ਠੀਕ ਹੈ ਜੀ। ਜੰਮੂ ਐਂਡ ਕਸ਼ਮੀਰ ਇੱਕ ਹੋ ਗਿਆ। ਠੀਕ ਹੈ ਜੀ। ਤਾਂ ਉਹਨਾਂ ਨੇ 29 ਤੋਂ 28 ਸਟੇਟ ਹੋ ਗਈਆਂ ਹੈਗੀਆਂ ਹੁਣ ਇੰਡੀਆ ਦੇ ਵਿੱਚ। ਤਾਂ ਜਿਹੜਾ ਪ੍ਰੈਜ਼ੀਡੈਂਟ ਹੈਗਾ, ਉਹ ਜਿਹੜਾ ਗਵਰਨਰ ਦੀ 28 ਗਵਰਨਰ ਜਿਹੜੇ ਨਿਯੁਕਤ ਕੀਤੇ ਜਾਂਦੇ ਨੇ, ਉਹ ਰਾਸ਼ਟਰਪਤੀ ਦੁਆਰਾ ਕੀਤੇ ਜਾਂਦੇ ਨੇ। ਠੀਕ ਹੈ ਜੀ। ਔਰ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਉੱਚ ਅਹੁਦੇ, ਜਿਵੇਂ ਕਿ ਚੀਫ ਜਸਟਿਸ ਆਫ ਇੰਡੀਆ ਐਂਡ ਸੁਪਰੀਮ ਕੋਰਟ ਦਾ ਜੱਜ ਹੋ ਗਿਆ, ਹਾਈ ਕੋਰਟ ਦਾ ਜੱਜ, ਇਹ ਸਾਰੀ ਨਿਯੁਕਤੀਆਂ ਰਾਸ਼ਟਰਪਤੀ ਦੁਆਰਾ ਕੀਤੀਆਂ ਜਾਂਦੀਆਂ ਨੇ। ਔਰ ਇਸ ਤੋਂ ਇਲਾਵਾ ਅਸੀਂ ਗੱਲ ਕਰੀਏ ਤਾਂ
ਅਟਾਰਨੀ ਜਨਰਲ ਹੋ ਗਿਆ, कैग हो गया, CEC और अदर जिन्ने भी UPSC ਦੇ ਮੈਂਬਰ ਹੈਗੇ, ਠੀਕ ਹੈ ਜੀ, ਉਹ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤੇ ਜਾਂਦੇ ਨੇ। ਔਰ ਇਸ ਤੋਂ ਇਲਾਵਾ ਪ੍ਰੈਜ਼ੀਡੈਂਟ ਨੂੰ ਸੁਪਰੀਮ ਕਮਾਂਡਰ ਮੰਨਿਆ ਜਾਂਦਾ ਹੈਗਾ ਆਰਮਡ ਫੋਰਸ ਦਾ, ਜਿਸ ਵਿੱਚ ਥਲ ਸੈਨਾ, ਵਾਯੂ ਸੈਨਾ ਔਰ ਹਵਾਈ ਸੈਨਾ, ਠੀਕ ਹੈ ਜੀ, ਆਹ ਸਾਰੀਆਂ ਸੈਨਾਵਾਂ ਦਾ ਮੁਖੀ ਹੁੰਦਾ ਹੈਗਾ ਰਾਸ਼ਟਰਪਤੀ, ਜਿਸ ਨੂੰ ਕਿ ਸੁਪਰੀਮ ਕਮਾਂਡਰ ਕਿਹਾ ਗਿਆ ਹੈਗਾ। ਔਰ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਵੀ ਆਪਣੇ ਕੈਬਨਿਟ ਮਿਨਿਸਟਰ ਦੇ ਮੈਂਬਰ, ਕੈਬਨਿਟ ਮਿਨਿਸਟਰ ਔਰ ਪ੍ਰਾਈਮ ਮਿਨਿਸਟਰ, ਇਹਨਾਂ ਸਾਰਿਆਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈਗੀ ਆ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਵਾਈਸ ਪ੍ਰੈਜ਼ੀਡੈਂਟ ਬਾਰੇ। ਤਾਂ ਪ੍ਰੈਜ਼ੀਡੈਂਟ ਤੋਂ ਬਾਅਦ ਜਿਹੜਾ ਉੱਚਾ ਅਹੁਦਾ ਹੈਗਾ, ਸਭ ਤੋਂ ਸੈਕੰਡ ਹਾਈਐਸਟ ਕੰਸਟੀਟਿਊਸ਼ਨਲ ਪੋਜੀਸ਼ਨ ਹੈਗੀ ਆ, ਤਾਂ ਉਹ ਵਾਈਸ ਪ੍ਰੈਜ਼ੀਡੈਂਟ ਦੀ ਹੈਗੀ ਆ। ਔਰ ਇਹ ਰਿਪਰੈਜ਼ੈਂਟ ਕਰਦਾ ਹੈਗਾ ਭਾਰਤ ਨੂੰ ਜਦੋਂ ਜਿਹੜੀ ਰਾਸ਼ਟਰਪਤੀ ਦੀ ਪੋਸਟ ਖਾਲੀ ਹੋ ਜਾਂਦੀ ਹੈਗੀ, ਠੀਕ ਹੈ ਜੀ। ਔਰ ਇਸ ਤੋਂ ਇਲਾਵਾ ਵਾਈਸ ਪ੍ਰੈਜ਼ੀਡੈਂਟ ਇੱਕੋ ਸਮੇਂ ਦੋ ਜਿਹੜੀਆਂ ਪਦਵੀਆਂ 'ਤੇ ਨਿਯੁਕਤ ਹੁੰਦਾ ਹੈਗਾ, ਪਹਿਲੀ ਵਾਈਸ ਪ੍ਰੈਜ਼ੀਡੈਂਟ ਦੀ ਔਰ ਦੂਸਰਾ ਚੇਅਰਮੈਨ ਆਫ ਰਾਜ ਸਭਾ, ਠੀਕ ਹੈ ਜੀ। ਤਾਂ ਇਹ ਇੱਕੋ ਸਮੇਂ ਜਿਹੜਾ ਦੋ ਜਿਹੜੀਆਂ ਪਦਵੀਆਂ ਦੇ ਉੱਪਰ ਨਿਯੁਕਤ ਕੀਤਾ ਜਾਂਦਾ ਹੈਗਾ ਵਾਈਸ ਪ੍ਰੈਜ਼ੀਡੈਂਟ ਨੂੰ, ਯਾਨੀ ਕਿ ਚੇਅਰਮੈਨ ਆਫ ਰਾਜ ਸਭਾ ਨੂੰ, ਠੀਕ ਹੈ ਜੀ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਪ੍ਰਾਈਮ ਮਿਨਿਸਟਰ ਬਾਰੇ। ਤਾਂ ਪ੍ਰਾਈਮ ਮਿਨਿਸਟਰ ਨੂੰ ਭਾਰਤ ਦੀ ਸਰਕਾਰ ਦਾ ਮੁਖੀ ਕਿਹਾ ਜਾਂਦਾ ਹੈਗਾ, ਔਰ ਇਸ ਤੋਂ ਇਲਾਵਾ ਉਸ ਨੂੰ ਸਲਾਹਕਾਰ ਕਿਹਾ ਜਾਂਦਾ ਹੈਗਾ ਰਾਸ਼ਟਰਪਤੀ ਦਾ। ਔਰ ਇਸ ਤੋਂ ਇਲਾਵਾ ਉਹ ਹੈੱਡ ਹੁੰਦਾ ਹੈਗਾ ਕਾਊਂਸਲ ਆਫ ਮਿਨਿਸਟਰ ਦਾ, ਔਰ ਉਸ ਦੀ ਪਾਰਟੀ ਨੂੰ ਮੈਜੋਰਟੀ ਹਾਸਲ ਹੁੰਦੀ ਹੈਗੀ, ਠੀਕ ਹੈ ਜੀ। ਇਸ ਕਰਕੇ ਉਸ ਨੂੰ ਲੀਡਰ ਕਿਹਾ ਜਾਂਦਾ ਹੈਗਾ ਪਾਰਟੀ ਦਾ, ਠੀਕ ਹੈ ਜੀ, ਮੈਜੋਰਟੀ ਪਾਰਟੀ ਦਾ ਲੀਡਰ ਹੁੰਦਾ ਹੈਗਾ। ਔਰ ਇਸ ਤੋਂ ਇਲਾਵਾ ਜਿੰਨੇ ਵੀ ਕੈਬਨਿਟ ਮਿਨਿਸਟਰ ਦੀ ਜਿਹੜੀ ਨਿਯੁਕਤੀ ਕੀਤੀ ਜਾਂਦੀ ਹੈ, ਉਹ ਪ੍ਰਧਾਨ ਮੰਤਰੀ ਦੁਆਰਾ ਨਿਯੁਕਤੀ ਕੀਤੀ ਜਾਂਦੀ ਹੈ, ਠੀਕ ਹੈ ਜੀ। ਔਰ ਹੁਣ ਅਸੀਂ ਗੱਲ ਕਰਾਂਗੇ ਲੈਜਿਸਲੇਟਿਵ ਬ੍ਰਾਂਚ ਦੀ। ਤਾਂ ਲੈਜਿਸਲੇਟਿਵ ਬ੍ਰਾਂਚ ਵਿੱਚ ਇਸ ਵਿੱਚ ਵੀ ਤਿੰਨ ਅਧਿਕਾਰੀ ਹੁੰਦੇ ਨੇ ਪ੍ਰਮੁੱਖ, ਜਿਸ ਵਿੱਚ ਪ੍ਰੈਜ਼ੀਡੈਂਟ, ਲੋਕ ਸਭਾ ਔਰ ਰਾਜ ਸਭਾ। ਲੋਕ ਸਭਾ ਔਰ ਰਾਜ ਸਭਾ ਮਿਲ ਕੇ ਜਿਹੜੇ ਕਾਨੂੰਨ ਪਾਸ ਕਰਦੀਆਂ ਨੇ, ਔਰ ਇਸ ਨੂੰ ਆਖਰੀ ਰੂਪ ਦੇਣ ਲਈ ਜਿਹੜੇ ਰਾਸ਼ਟਰਪਤੀ ਦੇ ਸਾਈਨ ਹੋਣੇ ਬਹੁਤ ਜ਼ਰੂਰੀ ਨੇ, ਕਿਉਂਕਿ ਰਾਸ਼ਟਰਪਤੀ ਦੇ ਸਾਈਨ ਤੋਂ ਬਗੈਰ ਕੋਈ ਵੀ ਕਾਨੂੰਨ ਨਹੀਂ ਬਣ ਸਕਦਾ। ਔਰ ਹੁਣ ਅਸੀਂ ਗੱਲ ਕਰਾਂਗੇ ਲੋਕ ਸਭਾ ਬਾਰੇ। ਤਾਂ ਲੋਕ ਸਭਾ ਦੇ ਵਿੱਚ ਮੈਕਸੀਮਮ ਮੈਂਬਰ 545 ਹੁੰਦੇ ਨੇ, ਔਰ ਜਿਨ੍ਹਾਂ ਵਿੱਚੋਂ 530 ਮੈਂਬਰ ਸਟੇਟਾਂ ਦੁਆਰਾ ਔਰ 13 ਮੈਂਬਰ ਯੂਨੀਅਨ ਟੈਰੀਟਰੀ, ਜਿਵੇਂ ਕਿ ਦਿੱਲੀ ਔਰ ਦਾਦਰਾ ਨਗਰ ਹਵੇਲੀ, ਠੀਕ ਹੈ ਜੀ। ਇਸ ਤਰ੍ਹਾਂ ਜਿਹੜੇ ਸੰਘੀ ਖੇਤਰ ਹੁੰਦੇ ਨੇ, ਸੰਘਾਤਮਕ ਖੇਤਰ, ਉਹਨਾਂ ਤੋਂ ਲਏ ਜਾਂਦੇ ਨੇ 13 ਮੈਂਬਰ, ਔਰ 2 ਮੈਂਬਰ ਜਿਹੜੇ ਨੋਮੀਨੇਟ ਕੀਤੇ ਜਾਂਦੇ ਨੇ ਰਾਸ਼ਟਰਪਤੀ ਦੁਆਰਾ। ਔਰ ਇਹ ਡਾਇਰੈਕਟ ਇਲੈਕਸ਼ਨ ਜਿਹੜੇ ਪ੍ਰਤੱਖ ਪ੍ਰਣਾਲੀ ਜਿਹੜੇ ਦੁਆਰਾ ਪ੍ਰਤੱਖ ਇਲੈਕਸ਼ਨਾਂ ਦੁਆਰਾ ਇਹਨਾਂ ਨੂੰ ਜਿਹੜਾ ਨਿਯੁਕਤ ਕੀਤਾ ਜਾਂਦਾ ਹੈਗਾ ਲੋਕ ਸਭਾ ਦੇ ਮੈਂਬਰਾਂ ਨੂੰ। ਔਰ ਇਸ ਤੋਂ ਇਲਾਵਾ ਜਿਹੜੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਲੋਕ ਸਭਾ ਦੇ ਮੈਂਬਰ ਜਿਹੜੇ ਉਮੀਦਵਾਰਾਂ ਨੂੰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ, ਉਹਨਾਂ ਦੀ ਮਿਨੀਮਮ ਏਜ ਆਫ 20 ਈਅਰ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਔਰ ਹੁਣ ਅਸੀਂ ਗੱਲ ਕਰਦੇ ਹਾਂ ਰਾਜ ਸਭਾ ਦੀ। ਤਾਂ ਰਾਜ ਸਭਾ ਨੂੰ ਅਪਰ ਹਾਊਸ ਕਿਹਾ ਜਾਂਦਾ ਹੈਗਾ, ਯਾਨੀ ਕਿ ਉੱਚਾ ਸਦਨ, ਔਰ ਲੋਕ ਸਭਾ ਨੂੰ ਲੋਅਰ ਹਾਊਸ ਕਿਹਾ ਜਾਂਦਾ ਹੈਗਾ, ਯਾਨੀ ਕਿ ਹੇਠਲਾ ਸਦਨ। ਔਰ ਇਸ ਵਿੱਚ ਯਾਨੀ ਕਿ ਰਾਜ ਸਭਾ ਵਿੱਚ ਮੈਕਸੀਮਮ ਮੈਂਬਰ 245 ਨੇ ਹੁੰਦੇ ਨੇ, ਔਰ ਜਿਨ੍ਹਾਂ ਵਿੱਚੋਂ 233 ਮੈਂਬਰ ਸਟੇਟਾਂ ਦੁਆਰਾ ਔਰ ਯੂਨੀਅਨ ਟੈਰੀਟਰੀ ਦੁਆਰਾ ਲਏ ਜਾਂਦੇ ਨੇ, ਔਰ ਜਿਹੜੇ 12 ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਨੇ। ਜਿਹੜੇ ਰਾਸ਼ਟਰਪਤੀ ਦੁਆਰਾ ਉਹਨਾਂ ਮੈਂਬਰਾਂ ਨੂੰ ਜਿਹੜਾ ਨਿਯੁਕਤ ਕੀਤਾ ਜਾਂਦਾ ਹੈਗਾ ਰਾਜ ਸਭਾ ਦੇ ਮੈਂਬਰ ਲਈ, ਜਿਹੜੇ ਕਿ ਕਿਸੇ ਫੀਲਡ 'ਚੋਂ ਆਏ ਹੁੰਦੇ ਨੇ, ਜਿਵੇਂ ਆਰਟਸ ਤੋਂ, ਸਾਇੰਸ ਜਿਹੜੇ ਤੋਂ, ਔਰ ਲਿਟਰੇਚਰ ਔਰ ਸੋਸ਼ਲ ਸਰਵਿਸ ਤੋਂ, ਕਿਹੜੇ ਪ੍ਰਮੁੱਖ ਜਿਹੜੇ ਵਿਅਕਤੀ ਹੁੰਦੇ ਨੇ, ਠੀਕ ਹੈ ਜੀ, ਇਹਨਾਂ ਫੀਲਡ ਤੋਂ ਬਿਲੋਂਗ ਕਰਦੇ ਨੇ, ਉਹਨਾਂ ਮੈਂਬਰਾਂ ਨੂੰ ਜਿਹੜੇ ਰਾਸ਼ਟਰਪਤੀ ਦੁਆਰਾ ਰਾਜ ਸਭਾ ਦੇ ਉਮੀਦਵਾਰ ਦੇ ਅਹੁਦੇ ਲਈ ਨਿਯੁਕਤ ਕੀਤਾ ਜਾਂਦਾ ਹੈਗਾ। ਹੁਣ ਅਸੀਂ ਗੱਲ ਕਰਾਂਗੇ ਇਹਨਾਂ ਦੀ ਕੁਆਲੀਫਿਕੇਸ਼ਨ ਦੀ। ਤਾਂ ਰਾਜ ਸਭਾ ਦੇ ਜਿਹੜੇ ਮੈਂਬਰ ਉਮੀਦਵਾਰਾਂ ਨੂੰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈਗਾ, ਔਰ ਉਹਨਾਂ ਦੀ ਮਿਨੀਮਮ ਏਜ 30 ਈਅਰ ਹੋਣੀ ਚਾਹੀਦੀ ਹੈਗੀ ਆ। ਔਰ ਇਹ ਇੱਕ ਸਥਾਈ ਸਦਨ ਹੈਗਾ ਜਿਸ ਨੂੰ ਭੰਗ ਨਹੀਂ ਕੀਤਾ ਜਾ ਸਕਦਾ ਹੈਗਾ, ਪਰ ਲੋਕ ਸਭਾ ਨੂੰ ਭੰਗ ਕੀਤਾ ਜਾ ਸਕਦਾ ਹੈਗਾ। ਔਰ ਕਿਉਂਕਿ ਇਸ ਦੇ 1/3 ਜਿਹੜੇ ਮੈਂਬਰ ਹੈਗੇ, ਠੀਕ ਹੈ ਜੀ, ਉਹ ਹਰੇਕ 2 ਸਾਲਾਂ ਬਾਅਦ ਰਿਟਾਇਰ ਹੋ ਜਾਂਦੇ ਨੇ, ਠੀਕ ਹੈ ਜੀ। ਤਾਂ ਇਸ ਕਰਕੇ ਸਥਾਈ ਸਦਨ ਕਹਿ ਦਿੱਤਾ ਜਾਂਦਾ ਹੈਗਾ। ਔਰ ਹੁਣ ਅਸੀਂ ਗੱਲ ਕਰਦੇ ਹਾਂ ਜੁਡੀਸ਼ੀਅਲ ਬ੍ਰਾਂਚ ਦੀ। ਤਾਂ ਇਸ ਵਿੱਚ 3 ਜਿਹੜੇ ਕੋਰਟ ਆਉਂਦੀਆਂ ਨੇ, ਠੀਕ ਹੈ ਜੀ। ਸਭ ਤੋਂ ਪਹਿਲਾਂ ਸੁਪਰੀਮ ਕੋਰਟ, ਉਸ ਤੋਂ ਬਾਅਦ ਹਾਈ ਕੋਰਟ, ਔਰ ਉਸ ਤੋਂ ਬਾਅਦ ਡਿਸਟ੍ਰਿਕਟ ਕੋਰਟ। ਹੁਣ ਅਸੀਂ ਗੱਲ ਕਰਾਂਗੇ ਸੁਪਰੀਮ ਕੋਰਟ ਬਾਰੇ। ਤਾਂ ਸੁਪਰੀਮ ਕੋਰਟ ਇੱਕ ਸਰਵਉੱਚ ਸੰਸਥਾ ਹੈਗੀ ਆ, ਠੀਕ ਹੈ ਜੀ, ਨਿਆਂ ਦੀ, ਔਰ ਇਹ ਲੋਕੇਟਡ ਹੈਗੀ ਆ ਨਿਊ ਦਿੱਲੀ ਵਿੱਚ। ਔਰ ਇਸ ਵਿੱਚ ਇੱਕ ਚੀਫ ਜਸਟਿਸ ਔਰ 30 ਅਦਰ ਜੱਜ ਹੁੰਦੇ ਨੇ, ਯਾਨੀ ਕਿ ਕੁੱਲ 31 ਜੱਜ ਹੁੰਦੇ ਨੇ ਇਸ ਵਿੱਚ। ਔਰ ਜੇਕਰ ਅਸੀਂ ਗੱਲ ਕਰੀਏ ਚੀਫ ਜਸਟਿਸ ਦੇ ਨਿਯੁਕਤੀ ਦੀ, ਤਾਂ ਇਸ ਦੀ ਨਿਯੁਕਤੀ ਪ੍ਰੈਜ਼ੀਡੈਂਟ ਦੁਆਰਾ ਕੀਤੀ ਜਾਂਦੀ ਹੈਗੀ ਆ, ਔਰ ਪ੍ਰੈਜ਼ੀਡੈਂਟ ਸੁਪਰੀਮ ਕੋਰਟ ਔਰ ਹਾਈ ਕੋਰਟ ਦੇ ਜੱਜ ਦੀ ਸਲਾਹ ਨਾਲ ਹੀ ਜਿਹੜਾ
ਚੀਫ ਜਸਟਿਸ ਦੀ ਨਿਯੁਕਤੀ ਕਰਦਾ। ਔਰ ਹੁਣ ਅਸੀਂ ਗੱਲ ਕਰਦੇ ਹਾਂ ਕੁਆਲੀਫਿਕੇਸ਼ਨ ਦੀ। ਤਾਂ ਕੁਆਲੀਫਿਕੇਸ਼ਨ ਦੇ ਲਈ ਸਭ ਤੋਂ ਪਹਿਲਾਂ ਜਿਹੜਾ ਜੱਜ ਨੂੰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ। ਤਾਂ ਉਸ ਤੋਂ ਇਲਾਵਾ ਉਸਨੂੰ 5 ਸਾਲ ਤੱਕ ਲਗਾਤਾਰ ਕਿਸੇ ਹਾਈ ਕੋਰਟ ਵਿੱਚ ਜੱਜ ਦੇ ਅਹੁਦੇ 'ਤੇ ਰਹਿ ਚੁੱਕਿਆ ਹੋਵੇ। ਔਰ ਇਸ ਤੋਂ ਇਲਾਵਾ ਉਹ 10 ਸਾਲ ਤੱਕ ਕਿਸੇ ਹਾਈ ਕੋਰਟ ਵਿੱਚ ਐਡਵੋਕੇਟ ਦੇ ਅਹੁਦੇ 'ਤੇ ਨਿਯੁਕਤ ਰਹਿ ਚੁੱਕਿਆ ਹੋਵੇ। ਔਰ ਇਸ ਤੋਂ ਇਲਾਵਾ ਉਹ ਪ੍ਰੈਜ਼ੀਡੈਂਟ ਦੀ ਨਿਗਾਹ ਦੇ ਵਿੱਚ ਇੱਕ ਉੱਘਾ ਜਿਹੜਾ ਜੱਜ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਉਸੇ ਆਦਮੀ ਨੂੰ ਜਿਹੜਾ ਪ੍ਰੈਜ਼ੀਡੈਂਟ ਜੱਜ ਦੇ ਅਹੁਦੇ 'ਤੇ ਨਿਯੁਕਤ ਕਰੇਗਾ, ਠੀਕ ਹੈ ਜੀ। ਔਰ ਇਸ ਤੋਂ ਇਲਾਵਾ ਜਿਹੜਾ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਦੀ ਗੱਲ ਕਰੀਏ ਤਾਂ ਇਸ ਵਿੱਚ ਉਹ ਮੁੱਦੇ ਆਉਂਦੇ ਨੇ ਜਿਹੜੇ ਕਿਸੇ ਕੇਂਦਰ ਸਰਕਾਰ ਦਾ ਕਿਸੇ ਰਾਜ ਨਾਲ ਝਗੜਾ ਹੋਵੇ, ਜਾਂ ਫਿਰ ਕੇਂਦਰ ਸਰਕਾਰ ਦਾ ਕਿਸੇ ਇੱਕ ਜਾਂ ਦੋ ਜਾਂ ਦੋ ਤੋਂ ਜ਼ਿਆਦਾ ਰਾਜਾਂ ਨਾਲ ਝਗੜਾ ਹੋਵੇ, ਔਰ ਜਾਂ ਫਿਰ ਇੱਕ ਰਾਜ ਦਾ ਕਿਸੇ ਦੂਜੇ ਜਾਂ ਦੋ ਤੋਂ ਜ਼ਿਆਦਾ ਰਾਜਾਂ ਨਾਲ ਝਗੜਾ ਹੋਵੇ, ਠੀਕ ਹੈ ਜੀ। ਤਾਂ ਇਹ ਸਾਰੇ ਮੁੱਦੇ ਸਿੱਧੇ ਹੀ ਸੁਪਰੀਮ ਕੋਰਟ ਵਿੱਚ ਲਿਆਂਦੇ ਜਾਂਦੇ ਨੇ, ਠੀਕ ਹੈ ਜੀ। ਤਾਂ ਇਹ ਜਿਹੜੇ ਮੁੱਦੇ ਜਿਹੜੇ ਕੇਂਦਰ ਸਰਕਾਰ ਅਤੇ ਰਾਜਾਂ ਵਿੱਚ ਹੁੰਦੇ ਨੇ, ਉਹ ਮੁੱਦੇ ਹਾਈ ਕੋਰਟ ਵਿੱਚ ਨਹੀਂ ਜਾਂਦੇ, ਉਹ ਸਿੱਧੇ ਹੀ ਸੁਪਰੀਮ ਕੋਰਟ ਵਿੱਚ ਆਉਂਦੇ ਨੇ। ਤਾਂ ਇਹ ਉਸਦੇ ਮੁੱਖ ਅਧਿਕਾਰ ਖੇਤਰ ਵਿੱਚ ਆਉਂਦੇ ਨੇ ਸਾਰੇ ਮੁੱਦੇ। ਔਰ ਅਪੀਲੀ ਅਧਿਕਾਰ ਖੇਤਰ ਵਿੱਚ ਗੱਲ ਕਰੀਏ ਤਾਂ ਜੇਕਰ ਕਿਸੇ ਵਿਅਕਤੀ ਨੂੰ ਜਿਹੜਾ ਸੈਟਿਸਫਾਈਜ਼ ਨਾ ਹੋਵੇ ਹਾਈ ਕੋਰਟ ਦੇ ਡਿਸੀਜ਼ਨ ਤੋਂ, ਤਾਂ ਉਹ ਅਪੀਲੀ ਅਧਿਕਾਰ ਖੇਤਰ ਰਾਹੀਂ ਸੁਪਰੀਮ ਕੋਰਟ ਵਿੱਚ ਆਪਣਾ ਮੁੱਦਾ ਲਿਆ ਸਕਦਾ ਹੈਗਾ। ਔਰ ਇਸ ਤੋਂ ਇਲਾਵਾ ਜਿਹੜੇ ਮੁੱਖ ਅਧਿਕਾਰਾਂ ਲਈ ਜਿਹੜੀ ਰਾਖੀ ਲਈ ਜਿੰਨੇ ਵੀ ਜਿਹੜੇ ਅਧਿਕਾਰ ਨੇ, ਜਿਵੇਂ ਕਿ ਹੈਬੀਅਸ ਕਾਰਪਸ, ਮੈਂਡੇਮਸ ਔਰ ਸੈਰੀਟਰੀ ਪ੍ਰੋਬੀਹੇਸ਼ਨ ਔਰ ਕਿਊ ਵਰੰਟੂ, ਇਹ ਸਾਰੇ ਜਿਹੜੇ ਅਧਿਕਾਰਾਂ ਨੂੰ ਲਾਗੂ ਕਰਾਉਣ ਲਈ ਜਿਹੜਾ ਕੋਈ ਵੀ ਨਾਗਰਿਕ ਸੁਪਰੀਮ ਕੋਰਟ ਦੀ ਸ਼ਰਨ ਲੈ ਸਕਦਾ ਹੈਗਾ। ਔਰ ਇਸ ਤੋਂ ਇਲਾਵਾ ਸਲਾਹ ਐਡਵਾਈਜ਼ਰੀ ਜਿਹੜੇ ਸਲਾਹ ਅਧਿਕਾਰ ਖੇਤਰ ਵਿੱਚ ਜਿਹੜਾ ਸੁਪਰੀਮ ਕੋਰਟ ਸੈਂਟਰਲ ਗਵਰਨਮੈਂਟ ਨੂੰ ਜਿਹੜਾ ਸਲਾਹ ਲੈ ਸਕਦੀ ਹੈਗੀ, ਠੀਕ ਹੈ ਜੀ। ਪਰ ਸੈਂਟਰਲ ਗਵਰਨਮੈਂਟ ਇਸ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਉਸ ਦੀ ਮਰਜ਼ੀ ਹੈਗੀ ਆ। ਔਰ ਜੇਕਰ ਅਸੀਂ ਗੱਲ ਕਰੀਏ ਇਸ ਦੀ ਕਾਰਜਕਾਲ ਦੀ, ਤਾਂ ਇਸ ਦਾ ਕਾਰਜਕਾਲ ਫਿਕਸ ਨਹੀਂ ਹੈਗਾ। ਵੈਸੇ 65 ਸਾਲ ਦੀ ਉਮਰ ਤੱਕ ਜਿਹੜਾ ਜੱਜ ਹੈਗਾ ਉਹ ਆਪਣੇ ਅਹੁਦੇ 'ਤੇ ਰਹਿ ਸਕਦਾ ਹੈਗਾ, ਠੀਕ ਹੈ ਜੀ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਹਾਈ ਕੋਰਟ ਦੀ। ਤਾਂ ਹਰੇਕ ਰਾਜ ਵਿੱਚ ਉਸ ਦੀ ਆਪਣੀ ਹਾਈ ਕੋਰਟ ਹੁੰਦੀ ਹੈਗੀ ਆ, ਪਰ ਕਈ ਵਾਰ ਦੋ ਜਾਂ ਦੋ ਤੋਂ ਜ਼ਿਆਦਾ ਰਾਜ ਮਿਲ ਕੇ ਆਪਣੀ ਇੱਕ ਹਾਈ ਕੋਰਟ ਬਣਾ ਸਕਦੇ ਨੇ, ਜਿਵੇਂ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਜੋ ਕਿ ਪੰਜਾਬ ਐਂਡ ਹਰਿਆਣਾ ਨੇ ਮਿਲ ਕੇ ਬਣਾਈ ਹੈਗੀ ਆ। ਔਰ ਇਸ ਦੇ ਜਿਹੜੇ ਚੀਫ ਜਸਟਿਸ ਦੀ ਜਿਹੜੀ ਅਪੋਇੰਟਮੈਂਟ ਉਹ ਜਿਹੜੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈਗੀ ਆ। ਔਰ ਪਰ ਜਿਹੜਾ ਪ੍ਰੈਜ਼ੀਡੈਂਟ ਉਹ ਉੱਥੋਂ ਦੇ ਜਿਹੜੇ ਗਵਰਨਰ ਬਾਰੇ ਉੱਥੋਂ ਸਟੇਟ ਦੇ ਔਰ ਜਿਹੜੇ ਉੱਥੋਂ ਦੇ ਜੱਜਾਂ ਨਾਲ ਜਿਹੜੀ ਸਲਾਹ ਕਰਕੇ ਹੀ ਜਿਹੜੀ ਅਪੋਇੰਟਮੈਂਟ ਕੀਤੀ ਜਾਂਦੀ ਹੈ, ਠੀਕ ਹੈ ਜੀ, ਪ੍ਰੈਜ਼ੀਡੈਂਟ ਦੁਆਰਾ, ਠੀਕ ਹੈ ਜੀ। ਤਾਂ ਉਹ ਜਿਹੜੇ ਸਟੇਟ ਦੇ ਜਿਹੜੇ ਜੱਜ ਹੋਣਗੇ, ਠੀਕ ਹੈ ਜੀ, ਉਹਨਾਂ ਨਾਲ ਸਲਾਹ ਕਰੇਗਾ, ਫਿਰ ਹੀ ਉਸ ਦੀ ਨਿਯੁਕਤੀ ਕਰੇਗਾ, ਠੀਕ ਹੈ ਜੀ, ਹਾਈ ਕੋਰਟ ਵਿੱਚ। ਹੁਣ ਅਸੀਂ ਗੱਲ ਕਰਦੇ ਹਾਂ ਪਾਵਰ, ਠੀਕ ਹੈ ਜੀ, ਪਾਵਰ ਆਫ ਹਾਈ ਕੋਰਟ ਦੀਆਂ। ਤਾਂ ਇਸ ਵਿੱਚ ਜਿਹੜਾ ਉਸ ਦੇ ਜਿਹੜੇ ਮੁੱਢਲੇ ਅਧਿਕਾਰ ਖੇਤਰ ਵਿੱਚ ਜਿੰਨੇ ਵੀ ਜਿਹੜੇ ਸਟੇਟ ਦੇ ਜਿਹੜੇ ਮੁੱਦੇ ਹੁੰਦੇ ਨੇ ਉਹ ਸਾਰੇ ਹਾਈ ਕੋਰਟ ਵਿੱਚ ਲਿਆਂਦੇ ਜਾਂਦੇ ਨੇ। ਔਰ ਅਪੀਲੀ ਅਧਿਕਾਰ ਖੇਤਰ ਵਿੱਚ ਜੇਕਰ ਕਿਸੇ ਵਿਅਕਤੀ ਨੂੰ ਸੈਟਿਸਫਾਈਜ਼ ਨਾ ਹੋਵੇ ਕਿਸੇ ਡਿਸਟ੍ਰਿਕਟ ਕੋਰਟਾਂ ਦੇ ਡਿਸੀਜ਼ਨ ਨੂੰ, ਤਾਂ ਉਹ ਜਿਹੜਾ ਹਾਈ ਕੋਰਟ ਵਿੱਚ ਆਪਣਾ ਮੁੱਦਾ ਲਿਆ ਸਕਦਾ ਹੈਗਾ। ਔਰ ਇਸ ਤੋਂ ਇਲਾਵਾ ਜਿਹੜਾ ਸੁਪਰਵਾਈਜ਼ਰੀ ਅਧਿਕਾਰ ਖੇਤਰ ਵਿੱਚ ਜਿਹੜਾ ਕੋਈ ਵੀ ਜੇਕਰ ਹਾਈ ਕੋਰਟ ਨੂੰ ਲੱਗੇ ਕਿ ਉਸ ਨੂੰ ਨਿਆਂ ਲੈਣ ਵਿੱਚ ਦੇਰੀ ਹੋ ਰਹੀ ਹੈ, ਤਾਂ ਉਹ ਕਿਸੇ ਵੀ ਮੁੱਦੇ ਨੂੰ ਟਰਾਂਸਫਰ ਕਰ ਸਕਦੀ ਹੈਗੀ ਆ ਇੱਕ ਅਦਾਲਤ ਤੋਂ ਦੂਜੀ ਅਦਾਲਤ ਤੱਕ। ਔਰ ਇਸ ਤੋਂ ਇਲਾਵਾ ਉਹ ਕੰਟਰੋਲ ਕਰਦੀ ਹੈਗੀ ਆ ਸਬਆਰਡੀਨੇਟ ਕੋਰਟ ਨੂੰ, ਤਾਂ ਕਿ ਜਿਹੜਾ ਵਿਅਕਤੀ ਨੂੰ ਨਿਆਂ ਲੈਣ ਵਿੱਚ ਕੋਈ ਵੀ ਮੁਸ਼ਕਿਲ ਪੇਸ਼ ਨਾ ਆਵੇ। ਔਰ ਹੁਣ ਅਸੀਂ ਗੱਲ ਕਰਦੇ ਹਾਂ ਕੁਆਲੀਫਿਕੇਸ਼ਨ ਦੀ। ਤਾਂ ਹਾਈ ਕੋਰਟ ਦੇ ਜੱਜ ਨੂੰ ਜੱਜ ਨਿਯੁਕਤ ਹੋਣ ਲਈ ਉਹ ਉਸ ਵਿਅਕਤੀ ਨੂੰ 10 ਸਾਲ ਤੱਕ ਕਿਸੇ ਡਿਸਟ੍ਰਿਕਟ ਕੋਰਟ ਵਿੱਚ ਜੱਜ ਰਹਿ ਚੁੱਕਿਆ ਹੋਵੇ ਲਗਾਤਾਰ, ਠੀਕ ਹੈ ਜੀ, ਲਗਾਤਾਰ 10 ਸਾਲ ਤੱਕ। ਔਰ ਜਾਂ ਫਿਰ 10 ਸਾਲ ਤੱਕ ਕਿਸੇ ਹੇਠਲੀਆਂ ਹਾਈ ਕੋਰਟ ਵਿੱਚ ਜਿਹੜਾ ਐਡਵੋਕੇਟ ਯਾਨੀ ਕਿ ਵਕੀਲ ਰਹਿ ਚੁੱਕਿਆ ਹੋਵੇ, ਠੀਕ ਹੈ ਜੀ। ਤਾਂ ਉਸੇ ਵਿਅਕਤੀ ਨੂੰ ਹੀ ਜੱਜ ਦੇ ਅਹੁਦੇ 'ਤੇ ਨਿਯੁਕਤ ਕੀਤਾ ਜਾਂਦਾ ਹੈਗਾ ਹਾਈ ਕੋਰਟ 'ਤੇ। ਔਰ ਹੁਣ ਅਸੀਂ ਗੱਲ ਕਰਦੇ ਹਾਂ ਡਿਸਟ੍ਰਿਕਟ ਕੋਰਟ ਦੀ। ਤਾਂ ਇਸ ਵਿੱਚ ਦੋ ਪ੍ਰਕਾਰ ਦੀਆਂ ਅਦਾਲਤਾਂ ਹੁੰਦੀਆਂ ਨੇ, ਇੱਕ ਸਿਵਲ ਕੋਰਟ ਔਰ ਦੂਸਰੀ ਕ੍ਰਿਮੀਨਲ ਕੋਰਟ। ਕ੍ਰਿਮੀਨਲ ਕੋਰਟ ਵਿੱਚ ਉਹ ਮੁੱਦੇ ਆਉਂਦੇ ਨੇ ਜਿਹੜੇ ਜਾਨੀ ਮਾਲ ਨੁਕਸਾਨ ਨਾਲ ਸੰਬੰਧਿਤ ਹੁੰਦੇ ਨੇ। ਔਰ ਸਿਵਲ ਕੋਰਟ ਵਿੱਚ ਅਜਿਹੇ ਮੁੱਦੇ ਆਉਂਦੇ ਨੇ ਜਿਹੜੇ ਕਿਸੇ ਤਲਾਕ ਨਾਲ, ਕਿਸੇ ਦਹੇਜ ਨਾਲ ਸੰਬੰਧਿਤ ਮੁੱਦੇ, ਜਾਂ ਕਿਸੇ ਜ਼ਮੀਨੀ ਝਗੜੇ ਨਾਲ ਸੰਬੰਧਿਤ ਮੁੱਦੇ ਆਉਂਦੇ ਨੇ, ਠੀਕ ਹੈ ਜੀ। ਔਰ ਜੇਕਰ ਅਸੀਂ ਗੱਲ ਕਰੀਏ ਕ੍ਰਿਮੀਨਲ ਕੋਰਟ ਦੇ ਜੱਜ ਦੀ, ਤਾਂ ਉਸ ਨੂੰ ਸੈਸ਼ਨ ਜੱਜ ਦੇ ਨਾਲ ਜਾਣਿਆ ਜਾਂਦਾ ਹੈਗਾ।
ਔਰ ਜੇਕਰ ਅਸੀਂ ਗੱਲ ਕਰੀਏ ਸਿਵਲ ਕੋਰਟ ਦੇ ਜੱਜ ਦੀ ਤਾਂ ਉਸ ਨੂੰ ਡਿਸਟ੍ਰਿਕਟ ਜੱਜ ਦੇ ਨਾਂ ਨਾਲ ਜਾਣਿਆ ਜਾਂਦਾ ਹੈਗਾ। ਔਰ ਇਸ ਦੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਉਸ ਵਿਅਕਤੀ ਨੂੰ 7 ਸਾਲ ਤੱਕ ਕਿਸੇ ਸਬੋਰਡੀਨੇਟ ਕੋਰਟ ਵਿੱਚ ਜਿਹੜਾ ਵਕੀਲ ਦੇ ਅਹੁਦੇ 'ਤੇ ਰਹਿ ਚੁੱਕਿਆ ਹੋਵੇ, ਠੀਕ ਹੈ ਜੀ, ਤਾਂ ਉਸੇ ਵਿਅਕਤੀ ਨੂੰ ਉਸ ਵਿਅਕਤੀ ਹੀ ਜਿਹੜਾ ਡਿਸਟ੍ਰਿਕਟ ਕੋਰਟ ਦੇ ਜੱਜ ਬਣਨ ਲਈ ਜਿਹੜਾ ਐਲੀਜੀਬਲ ਹੁੰਦਾ ਹੈਗਾ। ਤਾਂ ਅੱਜ ਦਾ ਲੈਕਚਰ ਅਸੀਂ ਸਮਾਪਤ ਕਰਦੇ ਹਾਂ, ਠੀਕ ਹੈ ਜੀ। ਤਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਸੀਰੀਜ਼ ਜਿਹੜੀ ਪਸੰਦ ਆ ਰਹੀ ਹੋਵੇਗੀ, ਔਰ ਸਬਸਕ੍ਰਾਈਬ ਔਰ ਲਾਈਕ ਸ਼ੇਅਰ ਕਰ ਦੇਣਾ ਇਸ ਚੈਨਲ ਨੂੰ। ਔਰ ਤਾਂ ਧੰਨਵਾਦ ਜੀ ਸਾਰਿਆਂ ਦਾ, ਮਿਲਦੇ ਹਾਂ ਅਗਲੇ ਲੈਕਚਰ ਵਿੱਚ।